Hello everyone, welcome to you all on my YouTube channel History Study Point। ਅੱਜ ਦਾ ਟੌਪਿਕ ਹੈ ਹੰਟਰ ਕਮਿਸ਼ਨ। ਹੰਟਰ ਕਮਿਸ਼ਨ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। NTA UGC ਨੈਟ, ਮਾਸਟਰ ਕੇਡਰ, PS ਟੈਟ, C ਟੈਟ ਅਤੇ ਜਿੰਨੇ ਵੀ ਸਟੇਟ ਕੰਪੀਟੀਸ਼ਨ ਦੇ ਪੇਪਰ ਹੁੰਦੇ ਨੇ ਉਹਨਾਂ ਸਾਰਿਆਂ ਦੇ ਲਈ ਹੰਟਰ ਕਮਿਸ਼ਨ ਇੱਕ ਐਕਸਟ੍ਰੀਮਲੀ ਇੰਪੋਰਟੈਂਟ ਟੌਪਿਕ ਹੈ। ਇਸ ਕਰਕੇ ਇਸ ਨੂੰ ਮਿਸ ਨਾ ਕਰਿਓ, ਪੂਰੀ ਵੀਡੀਓ ਨੂੰ ਦੇਖਿਓ। ਇਸ ਦੀਆਂ ਰეკਮੈਂਡੇਸ਼ਨਸ, ਇਸ ਦੀ ਸਿਗਨੀਫੀਕੈਂਸ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਹੰਟਰ ਕਮਿਸ਼ਨ ਦੀ ਨਿਯੁਕਤੀ ਸੀ ਉਹ ਲਾਰਡ ਰਿਪਨ ਜੀ ਦੁਆਰਾ ਕੀਤੀ ਗਈ ਸੀ। ਲਾਰਡ ਰਿਪਨ ਭਾਰਤ ਦਾ ਉਸ ਸਮੇਂ ਦਾ ਵਾਇਸਰਾਏ ਸੀਗਾ ਜਿਸ ਨੇ 1880 ਤੋਂ ਲੈ ਕੇ 84 ਤੱਕ ਭਾਰਤ ਵਿੱਚ ਰਾਜ ਕੀਤਾ ਸੀ। ਲਾਰਡ ਰਿਪਨ ਦੇ ਸਮੇਂ ਦੇ ਦੌਰਾਨ ਫਸਟ ਫੈਕਟਰੀ ਐਕਟ ਪਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਾਰਡ ਰਿਪਨ ਨੇ 1882 ਦੇ ਵਿੱਚ ਵਰਨੈਕੂਲਰ ਪ੍ਰੈਸ ਐਕਟ ਨੂੰ ਵਾਪਸ ਲਿਆ ਸੀ। ਇਹ ਇੰਪੋਰਟੈਂਟ ਇਵੈਂਟ ਸੀਗੀਆਂ ਜਿਹੜੀਆਂ ਕਿ ਲਾਰਡ ਰਿਪਨ ਦੇ ਸਮੇਂ ਦੇ ਦੌਰਾਨ ਹੋਈਆਂ ਸੀ। ਇਸ ਤੋਂ ਇਲਾਵਾ ਲਾਰਡ ਰਿਪਨ ਨੇ ਹੰਟਰ ਕਮਿਸ਼ਨ ਦੀ ਪ੍ਰਧਾਨਗੀ ਦੇ ਹੇਠ ਹੰਟਰ ਕਮਿਸ਼ਨ ਦੀ ਨਿਯੁਕਤੀ ਕੀਤੀ ਸੀ ਜਿਹੜਾ ਕਿ ਐਜੂਕੇਸ਼ਨ ਦੇ ਨਾਲ ਸੰਬੰਧਿਤ ਸੀਗਾ। ਇਸ ਕਮਿਸ਼ਨ ਦੀ ਨਿਯੁਕਤੀ 1882 ਦੇ ਵਿੱਚ ਕੀਤੀ ਗਈ। ਹੁਣ ਆਪਾਂ ਜਾਣਦੇ ਹਾਂ ਵਿਲੀਅਮ ਹੰਟਰ ਕੌਣ ਸੀ। ਵਿਲੀਅਮ ਹੰਟਰ ਇੱਕ ਸਿਵਲ ਸਰਵਿਸਿਜ਼ ਆਫੀਸਰ ਸੀਗਾ। ਅਗਰ ਗੱਲ ਕਰੀਏ ਤਾਂ ਅੱਜ ਦੀ OIS ਦੇ ਬਰਾਬਰ ਸੀ। ਇਸ ਤੋਂ ਇਲਾਵਾ ਉਹ ਮੈਂਬਰ ਰਹਿ ਚੁੱਕਿਆ ਸੀ ਐਗਜ਼ੀਕਿਊਟਿਵ ਕਾਉਂਸਲ ਦਾ, ਵਾਇਸਰਾਏ ਦੀ ਕੌਂਸਲ ਦਾ ਮੈਂਬਰ ਰਹਿ ਚੁੱਕਿਆ ਸੀ। ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਉਹ ਇੱਕ ਬਹੁਤ ਹੀ ਇੰਪੋਰਟੈਂਟ ਪਰਸਨ ਸੀ ਉਸ ਸਮੇਂ ਦਾ। ਇਸ ਤੋਂ ਇਲਾਵਾ ਉਸ ਦੀ ਇਲੈਕਸ਼ਨ ਸੀ ਜਿਹੜੀ ਉਹ 1886 ਦੇ ਵਿੱਚ ਐਜ਼ ਏ ਵਾਈਸ ਚਾਂਸਲਰ ਆਫ ਕੈਲਕਟਾ ਯੂਨੀਵਰਸਿਟੀ ਵੀ ਹੋ ਚੁੱਕੀ ਸੀ। ਇਸ ਤਰ੍ਹਾਂ ਵਿਲੀਅਮ ਹੰਟਰ ਬਹੁਤ ਇੰਪੋਰਟੈਂਟ ਪਰਸਨ ਸੀਗਾ ਅਤੇ ਉਸ ਦੀ ਪ੍ਰਧਾਨਗੀ ਦੇ ਹੇਠ ਹੰਟਰ ਕਮਿਸ਼ਨ ਲਾਰਡ ਰਿਪਨ ਦੇ ਦੁਆਰਾ ਨਿਯੁਕਤ ਕੀਤਾ ਗਿਆ ਜਿਸ ਦੇ ਆਬਜੈਕਟਿਵ ਆਪਾਂ ਹੁਣ ਦੇਖਣ ਲੱਗਦੇ ਹਾਂ। ਹਾਂਜੀ, ਆਬਜੈਕਟਿਵ ਕਿਹੜੇ ਸੀ ਹੰਟਰ ਕਮਿਸ਼ਨ ਦੀ ਨਿਯੁਕਤੀ ਭਾਰਤ ਦੇ ਵਿੱਚ ਕਿਉਂ ਕੀਤੀ ਗਈ? ਸਭ ਤੋਂ ਪਹਿਲਾਂ ਇਹ ਦੇਖਣਾ ਸੀ ਕਿ ਭਾਰਤ ਦੇ ਵਿੱਚ ਸਟੇਟਸ ਆਫ ਐਜੂਕੇਸ਼ਨ ਕੀ ਹੈ, ਭਾਰਤ ਵਿੱਚ ਐਜੂਕੇਸ਼ਨ ਦਾ ਸੈਟਅਪ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੀ ਗਰੋਥ ਹੋ ਰਹੀ ਹੈ। ਇਸ ਦਾ ਸਭ ਤੋਂ ਮੁੱਢਲਾ ਆਬਜੈਕਟਿਵ ਇਹ ਸੀਗਾ। ਇਸ ਤੋਂ ਇਲਾਵਾ ਇਹਨਾਂ ਨੇ ਰਿਵਿਊ ਕਰਨਾ ਸੀ ਪ੍ਰਾਇਮਰੀ ਐਜੂਕੇਸ਼ਨ ਨੂੰ। ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਗਰੋਥ ਹੋ ਰਹੀ ਹੈ ਜਾਂ ਖੁਰਾਕ ਆ ਗਈ ਹੈ, ਸਟੈਗਨੈਂਟ ਹੋ ਗਿਆ ਹੈ, ਇਹ ਚੀਜ਼ ਵੀ ਦੇਖਣਾ ਹੰਟਰ ਕਮਿਸ਼ਨ ਦਾ ਇੱਕ ਆਬਜੈਕਟਿਵ ਸੀਗਾ। ਕਿਉਂਕਿ ਬੁੱਢਸ ਪੈਚ, ਅਗਰ ਤੁਸੀਂ ਬੁੱਢਸ ਪੈਚ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੇਰੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਨੂੰ ਦੇਖ ਸਕਦੇ ਹੋ। ਉਸ ਵਿੱਚ ਮੈਂ ਪੂਰੀ ਡਿਟੇਲ ਨਾਲ ਬੁੱਢਸ ਪੈਚ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ 1854 ਦੇ ਵਿੱਚ ਭਾਰਤ ਦੇ ਵਿੱਚ ਅਪੁਆਇੰਟ ਕੀਤਾ ਗਿਆ ਸੀ। ਬਿਕੋਜ਼ ਜੋ ਹੰਟਰ ਕਮਿਸ਼ਨ ਹੈ ਉਹ ਉਸ ਨੂੰ ਹੀ ਰਿਵਿਊ ਕਰੇਗਾ ਕਿ ਬੁੱਢਸ ਪੈਚ ਦੀਆਂ ਜੋ ਰਿਕਮੈਂਡੇਸ਼ਨਾਂ ਸੀ ਉਹਨਾਂ ਨੂੰ ਕਿੱਥੋਂ ਤੱਕ ਭਾਰਤ ਦੇ ਵਿੱਚ ਲਾਗੂ ਹੋਇਆ ਸੀ, ਕਿਉਂਕਿ ਹੁਣ ਤੱਕ 30 ਸਾਲ ਹੋ ਚੁੱਕੇ ਸਨ। ਇਸ ਤੋਂ ਇਲਾਵਾ ਹੰਟਰ ਕਮਿਸ਼ਨ ਨੇ ਰეკਮੈਂਡੇਸ਼ਨਸ ਦੇਣੀਆਂ ਸਨ ਵੀ ਭਾਰਤ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਕਿਸ ਤਰ੍ਹਾਂ, ਇੰਡੀਅਨ ਐਜੂਕੇਸ਼ਨ ਸਿਸਟਮ ਨੂੰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾ ਸਕਦਾ ਹੈ। ਇਹ ਹੰਟਰ ਕਮਿਸ਼ਨ ਦਾ ਇਹ ਵੀ ਇੱਕ ਆਬਜੈਕਟਿਵ ਸੀਗਾ। ਹੁਣ ਆਪਾਂ ਹੰਟਰ ਕਮਿਸ਼ਨ ਦੀਆਂ ਰეკਮੈਂਡੇਸ਼ਨਾਂ ਕਰਨ ਜਾ ਰਹੇ ਹਾਂ। ਇਹਨਾਂ ਨੇ ਕਿਹੜੀਆਂ ਰეკਮੈਂਡੇਸ਼ਨਾਂ ਦਿੱਤੀਆਂ? ਕਿਉਂਕਿ ਹੰਟਰ ਕਮਿਸ਼ਨ ਨੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਰਿਵਿਊ ਕਰਨ ਤੋਂ ਬਾਅਦ ਆਪਣੀ ਰਿਪੋਰਟ ਸਬਮਿਟ ਕੀਤੀ ਸੀ। ਉਹਨਾਂ ਦੀਆਂ ਰეკਮੈਂਡੇਸ਼ਨਾਂ ਆਪਾਂ ਹੁਣ ਕਰਾਂਗੇ। ਸਭ ਤੋਂ ਪਹਿਲਾਂ ਇਹਨਾਂ ਨੇ ਦੇਖਿਆ ਕਿ ਭਾਰਤ ਦੇ ਵਿੱਚ ਐਜੂਕੇਸ਼ਨ ਸਿਸਟਮ ਆ ਜਿਹੜਾ ਉਹ ਕਾਫੀ ਜ਼ਿਆਦਾ ਪਛੜ ਚੁੱਕਾ ਹੈ, ਬਹੁਤ ਜ਼ਿਆਦਾ ਪਿਛਾਂਹ ਨੂੰ ਚਲਾ ਗਿਆ ਹੈ। ਇਸ ਦੇ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਇਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਜਿੰਨੇ ਵੀ ਬੈਕਵਰਡ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਪ੍ਰਾਇਮਰੀ ਸਕੂਲਸ ਨੂੰ ਵੱਧ ਤੋਂ ਵੱਧ ਐਕਸਪੈਂਡ ਕੀਤਾ ਜਾਣਾ ਚਾਹੀਦਾ ਹੈ, ਸੈਟਅਪ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਾਇਮਰੀ ਐਜੂਕੇਸ਼ਨ ਨੂੰ ਸਟਰੋਂਗ ਪੋਜੀਸ਼ਨ ਦੇ ਵਿੱਚ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਜੋ ਪ੍ਰਾਇਮਰੀ ਐਜੂਕੇਸ਼ਨ ਹੈ ਉਸ ਨੂੰ ਪ੍ਰਾਈਵੇਟਾਈਜੇਸ਼ਨ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੀ ਟੋਟਲੀ ਰਿਸਪੌਂਸਿਬਿਲਿਟੀ ਹੈ ਜਿਹੜੀ ਉਹਨਾਂ ਦੀ ਲੋਕਲ ਬਾਡੀਜ਼ ਅਤੇ ਲੋਕਲ ਕਾਰਪੋਰੇਸ਼ਨਸ ਐਂਡ ਮਿਊਨਿਸਪਲ ਬੋਰਡਸ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਦੀ ਇਹ ਵੀ ਇੱਕ ਸੁਜੈਸ਼ਨ ਸੀ, ਰეკਮੈਂਡੇਸ਼ਨ ਸੀਗੀ। ਇਸ ਤੋਂ ਇਲਾਵਾ ਪ੍ਰਾਇਮਰੀ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਸੈਟਅਪ ਕੀਤਾ ਜਾਣਾ ਚਾਹੀਦਾ ਹੈ, ਉਸ ਦੇ ਲਈ ਪੈਸੇ ਕਿੱਥੇ ਆਉਣਗੇ, ਕਿਉਂਕਿ ਇੰਨਾ ਵੱਡਾ ਸੈਟਅਪ, ਕਿਉਂਕਿ ਇਹਨਾਂ ਨੇ ਰਿਕਮੈਂਡ ਕੀਤਾ ਸੀ ਜ਼ਿਆਦਾ ਤੋਂ ਜ਼ਿਆਦਾ ਸਕੂਲ ਪ੍ਰਾਇਮਰੀ ਲੈਵਲ 'ਤੇ ਇੰਡੀਆ ਦੇ ਵਿੱਚ ਬੈਕਵਰਡ ਡਿਸਟ੍ਰਿਕਟਸ ਦੇ ਵਿੱਚ ਖੋਲ੍ਹੇ ਜਾਣੇ ਚਾਹੀਦੇ ਹਨ। ਇਸ ਦੇ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਸੀ। ਇਸੇ ਕਰਕੇ ਹੰਟਰ ਕਮਿਸ਼ਨ ਨੇ ਇਹ ਰეკਮੈਂਡ ਕੀਤਾ ਕਿ ਜੋ ਪ੍ਰੋਵਿੰਸ਼ੀਅਲ ਲੈਵਲ 'ਤੇ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਪ੍ਰਾਇਮਰੀ ਸਕੂਲ ਖੋਲ੍ਹੇ ਜਾਣਗੇ ਉੱਥੋਂ ਦਾ ਜਿੰਨਾ ਵੀ ਰੈਵਨਿਊ ਇਕੱਠਾ ਹੁੰਦਾ ਹੈ ਉਸ ਦੇ ਵਿੱਚੋਂ ਕੁਝ ਪਾਰਟ ਇਸ ਦੇ ਲਈ ਅਸੀਂ ਇਸਤੇਮਾਲ ਯੂਜ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀ ਵੱਡੀ ਇੱਕ ਰეკਮੈਂਡੇਸ਼ਨ ਦਿੱਤੀ ਸੀ, ਭਾਵੇਂ ਪ੍ਰਾਈਵੇਟਾਈਜੇਸ਼ਨ ਨੂੰ ਕਿਹਾ ਇਹਨਾਂ ਨੇ ਵੱਧ ਤੋਂ ਵੱਧ ਅਸੀਂ ਐਕਸਪੈਂਡ ਕਰ ਸਕਦੇ ਹਾਂ, ਲੋਕਲ ਬਾਡੀਜ਼ ਨੂੰ ਦੇ ਸਕਦੇ ਹਾਂ, ਪ੍ਰਾਈਵੇਟ ਐਂਟਰਪ੍ਰਾਈਜ਼ਸ ਨੂੰ ਦੇ ਸਕਦੇ ਹਾਂ, ਪਰ ਜੋ
ਗੌਰਮੈਂਟ ਦੀ ਸੁਪਰਵਿਜ਼ਨ ਆ, ਉਸ ਦੀ ਇਨਸਪੈਕਸ਼ਨ ਆ, ਉਹ ਮਸਟ ਹੈ। ਕਿਸੇ ਨੂੰ ਵੀ ਖੁੱਲਿਆ ਨਹੀਂ ਛੱਡਿਆ ਜਾ ਸਕਦਾ। ਗੌਰਮੈਂਟ ਨੂੰ ਆਪਣੀ ਸੁਪਰਵਿਜ਼ਨ ਪੂਰੀ ਤਰ੍ਹਾਂ ਕੰਟਰੋਲ ਕਰਕੇ ਰੱਖਣੀ ਪਵੇਗੀ। ਇਸ ਤੋਂ ਬਾਅਦ ਸੈਕੰਡਰੀ ਐਜੂਕੇਸ਼ਨ ਦੇ ਬਾਰੇ ਵਿੱਚ ਹੰਟਰ ਕਮਿਸ਼ਨ ਨੇ ਕੀ ਰეკਮੈਂਡ ਕੀਤਾ? ਇਹਨਾਂ ਨੇ ਕਿਹਾ ਸੈਕੰਡਰੀ ਐਜੂਕੇਸ਼ਨ ਦੇ ਵਿੱਚ ਜਿਹੜੇ ਹੈ ਉਹ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਰਹੀ ਹੈ। ਕਿਉਂ? ਇਹਨਾਂ ਨੇ ਇੱਕ ਜੋ ਹੈ ਕੇਸ ਸਟੱਡੀ ਚੁੱਕ ਕੇ ਸਾਹਮਣੇ ਲਿਆਂਦੀ ਸੀ, ਉਹ ਸੀਗੀ ਬੰਗਾਲ ਦੀ, ਜਿੱਥੇ ਕਿ ਪ੍ਰਾਈਵੇਟਾਈਜੇਸ਼ਨ ਐਂਡ ਗ੍ਰਾਂਟ ਇਨ ਏਡ ਸਕੂਲ ਐਂਡ ਜਿਹੜੇ ਸੀ ਸੈਕੰਡਰੀ ਸਕੂਲਸ ਓਪਨ ਕੀਤੇ ਗਏ ਸੀ, ਉਹਨਾਂ ਨੇ ਕਾਫੀ ਜ਼ਿਆਦਾ ਇੰਪਰੂਵਮੈਂਟ ਦਿਖਾਈ ਸੀਗੀ। ਇਸੇ ਕਰਕੇ ਇਹਨਾਂ ਨੇ ਰეკਮੈਂਡ ਕੀਤਾ ਕਿ ਜਿਹੜੇ ਸੈਕੰਡਰੀ ਸਕੂਲਸ ਨੇ ਉਹ ਟੋਟਲੀ ਜਾਂ ਸਮਲਟੇਨੀਅਸਲੀ ਪ੍ਰੋਗਰੈਸਿਵਲੀ ਤੇਜ਼ੀ ਨਾਲ ਜਿਹੜੇ ਹੈਗੇ ਨੇ ਉਹ ਪ੍ਰਾਈਵੇਟ ਐਂਟਰਪ੍ਰਾਈਜ਼ਸ ਨੂੰ ਜਾਂ ਗ੍ਰਾਂਟ ਇਨ ਏਡ ਦੇ ਘੇਰੇ ਦੇ ਵਿੱਚ ਅਸੀਂ ਲਿਆ ਸਕਦੇ ਹਾਂ। ਇੱਥੇ ਵੀ ਉਹਨਾਂ ਨੇ ਆਪਣਾ ਇੱਕ ਪੇਚ ਰੱਖਿਆ ਸੀ ਕਿ ਜਿਹੜੀ ਇਹਨਾਂ ਦਾ ਸਟੈਂਡਰਡ ਆਫ ਐਜੂਕੇਸ਼ਨ ਹੈ ਉਸ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡਿਕਲਾਈਨ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜਾ ਸਟੈਂਡਰਡ ਆਫ ਐਜੂਕੇਸ਼ਨ ਆ ਉਸ ਨੂੰ ਮੇਨਟੇਨ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੋਵੇਗੀ। ਉਸ ਤੋਂ ਬਾਅਦ ਹੰਟਰ ਕਮਿਸ਼ਨ ਨੇ ਮੋਰਲ ਐਜੂਕੇਸ਼ਨ ਅਤੇ ਫਿਜ਼ੀਕਲ ਐਜੂਕੇਸ਼ਨ 'ਤੇ ਬਹੁਤ ਫੋਕਸ ਕੀਤਾ ਹੈ, ਬਟ ਉਹਨਾਂ ਨੇ ਕਿਹਾ ਹੈ ਰਿਲੀਜਨ ਨੂੰ ਕਰਿਕੂਲਮ ਦਾ ਪਾਰਟ ਨਹੀਂ ਬਣਾਉਣਾ ਚਾਹੀਦਾ। ਇਸ ਨੂੰ ਕਰਿਕੂਲਮ ਤੋਂ ਅਲੱਗ ਰੱਖਣਾ ਬਿਹਤਰੀ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਇੱਕ ਸੈਂਸ ਦੇਣੀ ਚਾਹੀਦੀ ਹੈ ਰਾਈਟ ਐਂਡ ਰੋਂਗ ਦੀ, ਵੀ ਕੀ ਸਹੀ ਹੈ ਕੀ ਗਲਤ ਹੈ, ਇਹ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਪ੍ਰੋਫੈਸਰ ਐਂਡ ਟੀਚਰ ਸਕੂਲ ਐਂਡ ਕਾਲਜ ਲੈਵਲ 'ਤੇ ਇੱਕ ਲੈਕਚਰ ਜੋ ਹੈ ਇੱਕ ਉਹਨਾਂ ਦੀ ਸੀਰੀਜ਼ ਸਟਾਰਟ ਕਰ ਸਕਦੇ ਨੇ, ਜਿਸ ਦੇ ਥਰੂ ਬੱਚਿਆਂ ਨੂੰ ਉਹਨਾਂ ਦੇ ਸਿਟੀਜ਼ਨਸ ਨੂੰ ਬੱਚਿਆਂ ਨੂੰ ਉਹਨਾਂ ਦੇ ਸਿਟੀਜ਼ਨਸ਼ਿਪ ਦੇ ਰਾਈਟਸ ਨੂੰ ਅਤੇ ਡਿਊਟੀਜ਼ ਦੇ ਬਾਰੇ ਵਿੱਚ ਦੱਸ ਸਕਦੇ ਨੇ ਵੀ ਕਿਹੜੀਆਂ ਚੀਜ਼ਾਂ ਸਹੀ ਨੇ ਅਤੇ ਕਿਹੜੀਆਂ ਚੀਜ਼ਾਂ ਗਲਤ ਨੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਜ਼ਿਆਦਾ ਰეკਮੈਂਡੇਸ਼ਨਾਂ ਸਨ, ਜਿਨ੍ਹਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਕਿਹੜੀਆਂ ਨੇ? ਇਹਨਾਂ ਨੇ ਵੋਕੇਸ਼ਨਲ ਟ੍ਰੇਨਿੰਗ ਦੇ ਉੱਪਰ ਕਾਫੀ ਜ਼ਿਆਦਾ ਜ਼ੋਰ ਦਿੱਤਾ ਕਿ ਸੈਕੰਡਰੀ ਐਜੂਕੇਸ਼ਨ ਤੋਂ ਹੀ ਵੋਕੇਸ਼ਨਲ ਟ੍ਰੇਨਿੰਗ ਦੇ ਉੱਪਰ ਫੋਕਸ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਅੱਜ ਅਸੀਂ ਆਫਟਰ 10th +1 ਦੇ ਵਿੱਚ ਵੋਕੇਸ਼ਨਲ ਐਜ਼ ਇੱਕ ਡਿਫਰੈਂਟ ਸਟਰੀਮ ਲਾਗੂ ਕੀਤਾ ਹੋਇਆ ਹੈ, ਤਾਂ ਜੋ ਬੱਚਿਆਂ ਨੂੰ, ਜਿਨ੍ਹਾਂ ਬੱਚਿਆਂ ਦਾ ਵੋਕੇਸ਼ਨਲ ਦੇ ਵਿੱਚ ਇੰਟਰਸਟ ਹੈ, ਉਹਨਾਂ ਨੂੰ ਉਸ ਸਾਈਡ ਦੇ ਵਿੱਚ ਡਾਇਵਰਟ ਕਰ ਦਿੱਤਾ ਜਾਵੇ ਅਤੇ ਉਹਨਾਂ ਦੀ ਗਰੋਥ ਹੋ ਸਕੇ। ਇਸ ਤੋਂ ਇਲਾਵਾ ਹੰਟਰ ਕਮਿਸ਼ਨ ਨੇ ਫੀਮੇਲ ਐਜੂਕੇਸ਼ਨ 'ਤੇ ਕਾਫੀ ਜ਼ਿਆਦਾ ਜ਼ੋਰ ਦਿੱਤਾ ਹੈ। ਫੀਮੇਲ ਐਜੂਕੇਸ਼ਨ ਜਿਸ ਤਰ੍ਹਾਂ ਕਿ ਅੱਜ ਅਸੀਂ ਕਹਿ ਰਹੇ ਹਾਂ ਬੇਟੀ ਬਚਾਓ ਮੂਵਮੈਂਟ, ਬੇਟੀ ਪੜ੍ਹਾਓ ਮੂਵਮੈਂਟ ਜਿਹੜੀ ਹੈਗੀ ਇੰਡੀਅਨ ਗੌਰਮੈਂਟ ਵੱਲੋਂ ਸਟਾਰਟ ਕੀਤੀ ਗਈ ਹੈ, ਇਸੇ ਤਰ੍ਹਾਂ ਉਸ ਟਾਈਮ 'ਤੇ ਵੀ ਹੰਟਰ ਕਮਿਸ਼ਨ ਨੇ ਰეკਮੈਂਡ ਕੀਤਾ ਸੀ ਕਿ ਫੀਮੇਲ ਐਜੂਕੇਸ਼ਨ ਦੇ ਲਈ ਐਜੂਕੇਸ਼ਨ ਖਾਸ ਤੌਰ 'ਤੇ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਲਈ ਟੋਇਲਟਸ ਐਂਡ ਟਰਾਂਸਪੋਰਟ ਆਉਣ ਜਾਣ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਇਸ ਦੇ ਸੰਬੰਧ ਵਿੱਚ ਵੀ ਰეკਮੈਂਡ ਕੀਤਾ ਸੀ ਕਿ ਵਧੀਆ ਅਤੇ ਚੰਗਾ ਇੱਕ ਜਿਹੜਾ ਸੀਗਾ ਉਹ ਸੈਟਅਪ ਖੜਾ ਕਰਨਾ ਚਾਹੀਦਾ ਹੈ ਸਕੂਲਸ ਦੇ ਵਿੱਚ। ਇੱਕ ਹੋਰ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਰეკਮੈਂਡੇਸ਼ਨ ਸੀਗੀ ਹੰਟਰ ਕਮਿਸ਼ਨ ਦੀ, ਜਿਹੜੀ ਸਟਿਲ ਅੱਜ ਵੀ ਹੈ, ਕਿ ਮੁਸਲਮਾਨਾਂ ਨੂੰ ਵੱਧ ਤੋਂ ਵੱਧ ਸਿੱਖਿਆ ਅਤੇ ਉਹਨਾਂ ਦੀ ਸਿੱਖਿਆ ਵੱਲ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਮੇਨ ਸੁਸਾਇਟੀ ਦੇ ਸਟਰਾਟੇ ਤੋਂ ਆਊਟ ਆਫ ਜਾ ਰਹੇ ਨੇ। ਇਸੇ ਕਰਕੇ ਉਹਨਾਂ ਦੀ ਸਿੱਖਿਆ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਹੁਣ ਇਸ ਦੀ ਮਹੱਤਤਾ ਦੀ ਗੱਲ ਕਰਦੇ ਹਾਂ। ਜ਼ਿਆਦਾਤਰ ਹੰਟਰ ਕਮਿਸ਼ਨ ਦੀ ਰეკਮੈਂਡੇਸ਼ਨਾਂ ਨੂੰ ਬ੍ਰਿਟਿਸ਼ ਗੌਰਮੈਂਟ ਦੇ ਦੁਆਰਾ ਮੰਨ ਲਿਆ ਗਿਆ। ਇਸ ਤੋਂ ਇਲਾਵਾ ਬ੍ਰਿਟਿਸ਼ ਗੌਰਮੈਂਟ ਨੇ ਆਪਣੀ ਇੰਟਰਫੇਰੈਂਸ ਜਿਹੜੀ ਸੀ ਉਹ ਕਾਫੀ ਹੱਦ ਤੱਕ ਘਟਾ ਦਿੱਤੀ ਸੀ, ਕਿਉਂਕਿ ਇਹਨਾਂ ਨੇ ਵੀ ਪ੍ਰਾਈਵੇਟ ਐਂਟਰਪ੍ਰਾਈਜ਼ਸ ਨੂੰ ਅਤੇ ਗ੍ਰਾਂਟ ਇਨ ਏਡ ਨੂੰ ਪ੍ਰਮੋਟ ਕਰਨ ਦੇ ਉੱਪਰ ਜ਼ੋਰ ਦਿੱਤਾ ਸੀ। ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਪੁਆਇੰਟ ਦੱਸ ਚੁੱਕਾ ਹਾਂ, ਗ੍ਰਾਂਟ ਇਨ ਏਡ ਦੇ ਉੱਪਰ ਕਾਫੀ ਜ਼ਿਆਦਾ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੀ ਇਸ ਸਮੇਂ ਦੀ ਵੱਡੀ ਇੱਕ ਉਪਲਬਧੀ ਸੀਗੀ, ਡਿਵੈਲਪਮੈਂਟ ਹੋਈ ਸੀ, ਉਹ 1882 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੋਣਾ ਸੀ। ਇਸ ਦੀ ਸਥਾਪਨਾ ਹੋਣ ਦੇ ਨਾਲ ਕੈਲਕਟਾ ਯੂਨੀਵਰਸਿਟੀ ਦਾ ਕਾਫੀ ਜ਼ਿਆਦਾ ਬਰਡਨ ਸੀ ਜਿਹੜਾ ਉਹ ਘਟ ਗਿਆ, ਕਿਉਂਕਿ ਕਾਫੀ ਜ਼ਿਆਦਾ ਜਿਹੜੇ ਸਟੂਡੈਂਟਸ ਸੀਗੇ ਇਸ ਯੂਨੀਵਰਸਿਟੀ ਵੱਲ ਡਾਇਵਰਟ ਹੋ ਗਏ। ਥੈਂਕ ਯੂ ਵੈਰੀ ਮਚ ਫॉर वाचिंग।